ਹੁਣ ਉਹ ਵਕਤ ਦੁਬਾਰਾ ਆ ਗਿਆ ਜਦੋਂ ਤੁਹਾਡੇ ਘਰ ਕੁੜੀ ਪੈਦਾ ਹੋਵੇ ਨਾ, ਤੇ ਜੰਮਦੇ ਹੀ ਮਾਂ ਪਿਓ ਨੂੰ ਚਾਹੀਦਾ ਉਹਨੂੰ ਮਾਰ ਦੇਣ, ਗੱਡ ਦੇਣ। ਕਿਉਂ ਮੈਂ ਗਲਤ ਗੱਲ ਕਰ ਰਹੀ ਹਾਂ? ਕਿਉਂ ਗਲਤ ਗੱਲ ਕਰ ਰਹੀ ਹਾਂ? ਕੁੜੀਆਂ ਦੇ ਨਾਲ ਜਿਹੜਾ ਨਿਤ ਦਿਹਾੜ ਸਾਡੇ ਮੁਲਕ 'ਚ ਹੋ ਰਿਹਾ ਹੈ, ਉਹਨੂੰ ਵੇਖ ਕੇ, ਪੜ੍ਹ ਕੇ, ਦੇਖ ਕੇ, ਸੁਣ ਕੇ ਤੁਹਾਡੇ ਕਲੇਜੇ ਨੂੰ ਕੋਈ ਹੱਥ ਨਹੀਂ ਪੈਂਦਾ ਪਿਆ? ਕੀ ਹੋ ਰਿਹਾ? ਤੁਸੀਂ ਇਹ ਪੁੱਛੋਗੇ ਕਿ ਕੀ ਹੋ ਰਿਹਾ? ਕਦੀ ਤੁਸੀਂ ਜੰਮਦੀ ਨੂੰ ਕਿਸੇ ਦੇ ਨਾਂ ਲਾ ਦਿੰਦੇ ਹੋ, ਕਦੀ ਛੋਟੀ ਹੁੰਦੀ ਦਾ ਵੱਟਾ ਦੇ ਕੇ ਉਹਨੂੰ ਵੱਟਾ ਬਣਾ ਕੇ ਸੁੱਟ ਦਿਓ, ਤੇ ਵੱਟੇ 'ਚ ਵਾਪਸ ਵੱਡੇ ਮੁੰਡੇ ਦਾ ਰਿਸ਼ਤਾ ਲੈ ਲੈਂਦੇ ਹੋ, ਤੇ ਕਦੀ ਕਦੀ ਅੱਬੇ ਦਾ ਰਿਸ਼ਤਾ ਲੈ ਲੈਂਦੇ ਹੋ। ਕਦੀ ਉਹਨੂੰ ਆਪਣੀ ਦੁਸ਼ਮਣੀ ਮੁਕਾਉਣ ਲਈ ਦੂਜੇ ਦੇ ਘਰ ਸੁੱਟ ਦਿੰਦੇ ਹੋ। ਕਦੀ ਅਗਲੇ ਕੋਲੋਂ ਦੁਸ਼ਮਣੀ ਦਾ ਬਦਲਾ ਲੈਣ ਲਈ ਉਹਨੂੰ ਚੌਕ 'ਚ ਬਗੈਰਤ ਕਰ ਦਿੰਦੇ ਹੋ, ਉਹਦੇ ਨਾਲ ਜ਼ਨਾ ਕਰ ਦਿੰਦੇ ਹੋ। ਕਦੀ ਉਹਨੂੰ ਛੋਟੀ ਉਮਰੇ ਨੂੰ 6 ਮਹੀਨੇ ਕੰਮ 'ਤੇ ਲਾ ਕੇ 6 ਮਹੀਨੇ ਦੇ ਪੈਸੇ ਫੜ ਕੇ ਘਰ ਆ ਜਾਂਦੇ, ਤੇ ਮੁੜ ਕੇ ਪੁੱਛਦੇ ਵੀ ਨਹੀਂ ਕਿ ਕੁੜੀ ਦੇ ਨਾਲ ਹੋਇਆ ਕੀ, ਉਹਨੂੰ ਰੋਟੀ ਵੀ ਲੱਭੀ ਹੋਏਗੀ ਕਿ ਨਹੀਂ ਲੱਭੀ ਹੋਏਗੀ, ਉਹਦੇ ਨਾਲ ਕੀ ਹੋ ਰਿਹਾ ਹੋਏਗਾ। ਇਹ ਸਾਰਾ ਕੁਝ ਨਾ ਹੋਵੇ ਤੇ ਇੱਕ ਹੋਰ ਬੜਾ ਇੱਜ਼ਤਦਾਰ ਤਰੀਕਾ ਵੀ ਹੈ ਸਾਡੇ ਕੋਲ। ਉਹਦੀ ਮਰਜ਼ੀ ਪੁੱਛੇ ਬਗੈਰ ਉਹਨੂੰ ਕਿਤੇ ਵੀ ਡਾ ਦਿਓ, ਉਹਨੂੰ ਸਹੁਰੇ ਭੇਜ ਦਿਓ ਵਾਜਿਆਂ ਗਾਜਿਆਂ ਨਾਲ। ਕਹੋ ਇਹ ਸਾਡੀ ਇੱਜ਼ਤ ਸੀ, ਤੁਹਾਡੇ ਅੱਗੇ ਪੇਸ਼ੇ ਖਿਦਮਤ ਹੈ ਭਾਈ ਜਾਨ, ਇਹ ਲਵੋ, ਇਹ ਹੁਣ ਤੁਹਾਡੇ ਘਰ ਦੀ ਇੱਜ਼ਤ ਹੈ, ਤੇ ਇਹ ਇੱਜ਼ਤਾਂ ਵਾਲੀ ਨੌਕਰੀ ਹੈ, ਨੌਕਰ ਹੈ। ਇਹ ਤੁਹਾਡੇ ਘਰ ਰਵੇਗੀ, ਤੁਹਾਡੇ ਕੰਮ ਕਾਜ ਕਰੇਗੀ, ਤੁਹਾਡੇ ਨਿਆਣੇ ਜੰਮੇਗੀ, ਉਹ ਨਿਆਣਿਆਂ ਨੂੰ ਵੱਡਾ ਕਰੇਗੀ, ਤੁਹਾਡੀਆਂ ਮਾਰਾਂ ਖਾਏਗੀ। ਇਹਨੂੰ ਮਾਰ ਮਾਰ ਕੇ ਇਹਦਾ ਪਿੰਡਾ ਨੀਲਾ ਕੱਚ ਵੀ ਕਰ ਦਿਓ ਨਾ, ਤੇ ਕੁਝ ਨਹੀਂ ਬੋਲੇਗੀ। ਘਰ ਵੀ ਆ ਕੇ ਸਾਨੂੰ ਨਹੀਂ ਦੱਸੇਗੀ ਕਿ ਮੇਰੇ ਨਾਲ ਕੀ ਹੋ ਰਿਹਾ, ਕਿਉਂਕਿ ਅਸੀਂ ਇਹਨੂੰ ਸਮਝਾ ਕੇ ਭੇਜਿਆ ਕਿ ਹੁਣ ਤੇਰੀ ਲਾਸ਼ ਹੀ ਵਾਪਸ ਆਏਗੀ। ਤੇ ਲਾਸ਼ ਨੂੰ ਤੇ ਅਸੀਂ ਢੱਕ ਦਿੰਦੇ ਹਾਂ, ਤੇ ਲਾਸ਼ਾਂ ਕਦੋਂ ਬੋਲਦੀਆਂ ਨੇ ਕਿ ਮੇਰੇ ਪਿੰਡੇ ਨਾਲ ਕੀ ਹੋਇਆ, ਮੇਰੇ ਨਾਲ ਕੀ ਬਣੀ ਹੈ? ਲਾਸ਼ ਦੀ ਤੇ ਕੋਈ ਆਵਾਜ਼ ਨਹੀਂ ਹੁੰਦੀ। ਹਾਂ, ਇੱਜ਼ਤ ਨੂੰ ਸਾਡੀ ਉਦੋਂ ਹੱਥ ਪੈਂਦਾ ਹੈ ਜਦੋਂ ਘਰ ਘਰ ਦੀ ਗੱਲ ਕੰਧੋਂ ਟੱਪ ਜਾਏ ਤੇ ਬਾਹਰ ਨਿਕਲ ਜਾਏ, ਤੇ ਅਗਲਿਆਂ ਨੂੰ ਪਤਾ ਚੱਲ ਜਾਏ ਕਿ ਇਹ ਧੀਆਂ ਦੀ ਕਮਾਈ ਖਾ ਰਹੇ ਸਨ। ਤੇ ਫਿਰ ਵੀ ਮਾਰਨਾ ਸੀ ਉਹਨੂੰ ਹੀ, ਧੀ ਨੂੰ ਹੀ ਹੈ, ਕਿਉਂਕਿ ਬਗੈਰਤ ਤੇ ਹੋਈ ਨਾ ਕਿ ਬਾਹਰ ਨਿਕਲੀ ਕਿਵੇਂ ਆਵਾਜ਼, ਤੇ ਸਾਡੀ ਇੱਜ਼ਤ ਘੱਟ ਹੋ ਗਈ, ਸਾਡਾ ਸ਼ਿਮਲਾ ਥੱਲੇ ਹੋ ਗਿਆ। ਨਹੀਂ, ਜੇ ਨਹੀਂ ਤੇ ਫਿਰ ਕੰਦੀਲ ਬਲੋਚ ਕਿਉਂ ਮਰੀ? ਦੱਸੋ ਮੈਨੂੰ। ਇਸ ਲਈ ਮਰੀ ਕਿ ਉਹ ਆਪਣੀ ਮਰਜ਼ੀ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ, ਆਪਣੀ ਮਰਜ਼ੀ ਨਾਲ ਜ਼ਿੰਦਾ ਰਹਿਣਾ ਚਾਹੁੰਦੀ ਸੀ। ਜਦੋਂ ਤੱਕ ਉਹਦੇ ਪੈਸੇ ਤੇ ਪੂਰਾ ਟੱਬਰ ਪਲ ਰਿਹਾ ਸੀ, ਤੇ ਕਿਸੇ ਪਿਓ, ਭਰਾ, ਜਵਾਈ ਕਿਸੇ ਨੇ ਨਹੀਂ ਪੁੱਛਿਆ ਬਾਜੀ ਕਰਨੀ ਕੀ ਹੈ, ਇਹ ਪੈਸੇ ਆਉਂਦੇ ਕਿੱਥੋਂ ਨੇ। ਉਦੋਂ ਉਹਦੀ ਕਮਾਈ ਹਲਾਲ ਸੀ, ਜਦੋਂ ਜਿਹੜੇ ਡਫ ਰਹੇ ਸਨ ਸਾਰੇ। ਹਾਂ, ਜਦੋਂ ਉਹਨੇ ਮਾਸ਼ਰੇ ਦੇ ਇੱਕ ਇੱਜ਼ਤਦਾਰ ਮੌਲਵੀ ਕੁਹਾਣ ਵਾਲੇ ਸ਼ਖਸ ਦੇ ਮੂੰਹ ਤੋਂ ਇੱਜ਼ਤ ਦਾ ਨਕਾਬ ਉਤਾਰ ਕੇ ਸੁੱਟ ਕੇ ਦੱਸਿਆ, ਇਹ ਹੁੰਦੇ ਨੇ, ਇਹ ਨੇ ਇੱਜ਼ਤਾਂ ਵਾਲੇ ਬੰਦੇ, ਤੇ ਅੱਗ ਲੱਗ ਗਈ। ਤੇ ਉਹਨੇ ਵੀ ਅੱਗੇ ਕਿਹਾ ਕਿ ਚਲੋ ਜੀ ਮਾਰ ਸੁੱਟ ਦਵੋ, ਤੇ ਉਸ ਇੱਜ਼ਤ ਪਿੱਛੇ ਤੁਸੀਂ ਕੁੜੀ ਮਾਰ ਸੁੱਟੀ। ਉਹ ਪੱਲਾ ਝਾੜ ਕੇ ਸੁੱਚੇ ਦਾ ਸੁੱਚਾ, ਤੇ ਬਗੈਰਤ ਰਹਿ ਗਈ ਪਿੱਛੇ ਕੰਦੀਲ ਬਲੋਚ। ਕੱਲ ਕੰਦੀਲ ਬਲੋਚ ਦੇ ਕਾਤਲ ਭਰਾ ਨੂੰ ਅਦਾਲਤ ਨੇ ਉਸ ਮਕਰੂ ਇੱਜ਼ਤ ਵਾਲੇ ਮੌਲਵੀ ਸਮੇਤ ਬਾਇੱਜ਼ਤ ਬਰੀ ਕਰਤਾ, ਤੇ ਬਗੈਰਤ ਬੇਇੱਜ਼ਤ ਕਤਲ ਸਿਰਫ ਕੰਦੀਲ ਬਲੋਚ ਦਾ ਪਿੱਛੇ ਰਹਿ ਗਿਆ। ਕਿਵੇਂ? ਇੱਕ ਦਫਾ ਫੇਰ ਮਾਂ ਪਿਓ ਨੇ ਆਪਣੇ ਮੁੰਡੇ ਦੀ ਜ਼ਿੰਦਗੀ ਬਚਾਉਣ ਲਈ ਧੀ ਉਹਦੇ ਸਿਰੋਂ ਵਾਰ ਕੇ, ਉਹਦੀ ਜ਼ਿੰਦਗੀ, ਉਹਦਾ ਕਤਲ ਸਿਰੋਂ ਵਾਰ ਕੇ ਸੁੱਟ ਦਿੱਤਾ, ਕਿਉਂਕਿ ਧੀਆਂ ਤੇ ਹੁੰਦੀਆਂ ਹੀ ਡਿਸਪੋਜ਼ੇਬਲ ਨੇ। ਜੇ ਹੁਣ ਪਿਓ ਭਰਾ ਦੀ ਇੱਜ਼ਤ ਤੇ ਜ਼ਿੰਦਗੀ ਬਚਾਉਣ ਦੇ ਵੀ ਕੰਮ ਨਹੀਂ ਆਉਣਗੀਆਂ, ਤੇ ਫਿੜੇ ਮੂੰਹ ਜਾਣੀਆਂ ਕਿਸ ਕੰਮ ਦੀਆਂ ਰਹਿ ਗਈਆਂ ਨੇ? ਪਹਿਲੀ ਵਾਰੀ ਤੇ ਹੋਇਆ ਨਹੀਂ ਹੈ। ਜਦੋਂ ਮੁਖਤਾਰਾ ਮਾਈ ਨੂੰ ਤੁਸੀਂ ਪੂਰੇ ਪਿੰਡ ਦੇ ਸਾਹਮਣੇ ਬੇਇੱਜ਼ਤ ਕੀਤਾ ਸੀ, ਤੇ ਸਾਲਾ ਸਾਲ ਮੁਕੱਦਮਾ ਚੱਲਣ ਦੇ ਬਾਅਦ ਉਹ ਸਾਰੇ ਮੁਲਜ਼ਮ ਬਾਇੱਜ਼ਤ ਬਰੀ ਹੋ ਗਏ। ਤੇ ਇੱਥੇ ਤੇ ਰੋਜ਼ ਹਜ਼ਾਰਾਂ ਕੰਦੀਲਾਂ ਤੇ ਹਜ਼ਾਰਾਂ ਮੁਖਤਾਰਾਂ ਰੋਜ਼ ਜਿੰਦੀਆਂ ਤੇ ਰੋਜ਼ ਮਰਦੀਆਂ ਨੇ। ਹਫਤਾ ਡੇਢ ਠਹਿਰ ਜਾਓ, ਸਾਡੇ ਇਸਲਾਮਾਬਾਦ ਦੀ ਨੂਰ ਮੁਕੱਦਮ ਦਾ ਕੇਸ ਵੀ ਇਸੇ ਕੇਸ 'ਚ ਸ਼ਾਮਲ ਹੋਣ ਵਾਲਾ ਹੈ।
ਉਹਦਾ ਕਾਤਲ ਜਿਹਨੇ 10 ਵਾਰੀ ਇਕਬਾਲੀ ਬਿਆਨ ਦਿੱਤਾ, ਜਿਹੜਾ ਖੂਨ 'ਚ ਲੁਥੜਾ ਪੁਤੜਾ ਉਹਦਾ ਸਿਰ ਚਾਕੂ ਨਾਲ ਵੱਢ ਕੇ ਫੜੇ ਜਾਣ ਦੇ ਬਾਵਜੂਦ ਪਹਿਲੇ ਆਂਦਾ ਹੈ ਮੈਂ ਪਾਗਲ ਹਾਂ, ਹੁਣ ਆਂਦਾ ਹੈ ਮੈਂ ਨਸ਼ਈ ਹਾਂ, ਤੇ ਖਾਮੋਸ਼ੀ ਨਾਲ ਪਿੱਛੇ ਪੈਸਿਆਂ ਦੀ ਰੇਲ ਪੇਲ 'ਚ ਸਾਰਾ ਕੁਝ ਨੰਗੀ ਜਾ ਰਿਹਾ ਹੈ, ਨੰਗੀ ਜਾ ਰਿਹਾ ਹੈ। ਨੂਰ ਮੁਕੱਦਮ ਦੇ ਕਿਰਦਾਰ ਦੇ ਚੀਥੜੇ ਕਰਕੇ, ਲੀਰਾਂ ਕਰਕੇ ਇਸਲਾਮਾਬਾਦ ਦੇ ਹਰ ਖੰਭੇ 'ਤੇ ਟੰਗੀਆਂ ਜਾ ਰਹੀਆਂ। ਕੋਈ ਮੁੜ ਕੇ ਨਹੀਂ ਪੁੱਛਦਾ ਪਿਆ ਕਿ ਇਸ ਨਸ਼ਈ, ਇਸ ਕਾਤਲ ਨੂੰ ਬਣਾਉਣ ਵਾਲਾ ਕੌਣ ਹੈ। ਅੰਨੇ ਸਨ ਇਹਦੇ ਘਰ ਵਾਲੇ, ਜਿਨ੍ਹਾਂ ਨੂੰ ਨਹੀਂ ਪਤਾ ਚੱਲ ਰਿਹਾ ਸੀ ਕਿ ਕਿਹੋ ਜਿਹਾ ਅਜ਼ਾਬ ਉਹਨਾਂ ਦੇ ਘਰ ਪਲ ਰਿਹਾ ਹੈ। ਉਹਨੂੰ ਵੀ ਛੱਡ ਦਿਓ ਜੀ, ਉਹ ਸਾਡਾ ਜ਼ਿੰਮਾ ਨਹੀਂ। ਕੁੜੀ ਤੇ ਲੱਗੀ ਗਈ, ਇੱਥੇ ਪੈਸੇ ਲੱਗਣਗੇ ਤੇ ਇਹ ਵੀ ਲੱਗੀ ਜਾਏਗੀ, ਤੇ ਅਸੀਂ ਫੇਰ ਫੂੜੀ ਪਾ ਕੇ ਨਾ ਬਹਿ ਜਾਵਾਂਗੇ। ਫਿਰ ਅਸੀਂ ਨੂਰ ਮੁਕੱਦਮ ਦੀ ਫੂੜੀ ਪਵਾਂਗੇ। ਤੇ ਜ਼ਨਾਨੀਆਂ ਜਿਹੜੀਆਂ ਨਾ ਸਾਡੇ ਵੰਗਰ ਦੀਆਂ, ਇਹੋ ਜਿਹਾ ਇਕਬਾਲੀ ਬਿਆਨ 'ਚ ਫਰਮਾਇਆ ਹੈ ਨੂਰ ਮੁਕੱਦਮ ਦੇ ਕਾਤਲ ਨੇ ਵੀ ਕਿ ਸੋ ਕਾਲਡ ਫੈਮਿਨਿਸਟ ਮੈਨੂੰ ਮੁਜਰਮ ਬਣਾ ਰਹੀਆਂ ਨੇ। ਇਹ ਸੋ ਕਾਲਡ ਫੈਮਿਨਿਸਟ ਜਿਹੜੀਆਂ ਨੇ ਨਾ, ਉਹ ਫੂੜੀ ਪਾ ਕੇ ਬੈਠੀਆਂ ਰਹਿੰਦੀਆਂ ਨੇ। ਕੀ ਕਰੀਏ, ਇੱਕ ਫੂੜੀ ਲਪੇਟਣ ਲੱਗਨੇ ਆ ਤੇ ਦੂਜੀ ਸਾਡੇ ਅੱਗੇ ਆ ਜਾਂਦੀ ਹੈ। ਜੇ ਅਸੀਂ ਵੀ ਨਾ ਬੋਲੀਏ ਤੇ ਕੌਣ ਬੋਲੇਗਾ। ਤੁਸੀਂ ਤੇ ਮਾਰਦੇ ਜਾਓ, ਕੋਈ ਪੁੱਛਣ ਵਾਲਾ ਨਹੀਂ। ਕਾਨੂੰਨ, ਇਨਸਾਫ, ਕਿਹੜਾ ਕਾਨੂੰਨ, ਕਿਹੜਾ ਇਨਸਾਫ। ਸੁਣਦੇ ਆਏ ਸਾਂ ਕਾਨੂੰਨ ਅੰਨਾ ਹੁੰਦਾ ਹੈ। ਹੁਣ ਪੱਕਾ ਮੈਨੂੰ ਯਕੀਨ ਹੋ ਗਿਆ, ਕਾਨੂੰਨ ਅੰਨਾ ਨਹੀਂ ਹੁੰਦਾ, ਕਾਨੂੰਨ ਅੰਨਾ ਵੀ ਹੁੰਦਾ ਹੈ, ਬੋਲਾ ਵੀ ਹੁੰਦਾ ਹੈ, ਤੇ ਇੱਥੋਂ ਥੋੜ੍ਹਾ ਘੱਟ ਵੀ ਹੁੰਦਾ ਹੈ। ਜੇ ਨਾ ਹੁੰਦਾ ਤੇ ਰੰਗੇ ਹੱਥੋਂ ਫੜੇ ਜਾਣ ਵਾਲੇ ਕੰਦੀਲ ਬਲੋਚ ਦਾ ਕਾਤਲ, ਮੁਖਤਾਰਾ ਮਾਈ ਦੇ ਬੇਇੱਜ਼ਤ ਕਰਨ ਵਾਲੇ, ਤੇ ਹੁਣ ਨੂਰ ਮੁਕੱਦਮ ਦਾ ਕਾਤਲ, ਇਹ ਸਾਰੇ ਬਾਇਜ਼ਤ ਬਰੀ ਨਾ ਹੋ ਜਾਂਦੇ। ਇਹ ਤੀਜਾ ਵਾਲੇ ਨੇ ਵੀ ਹੋ ਜਾਣਾ ਹੁਣ ਮੈਨੂੰ ਪੱਕਾ ਯਕੀਨ ਹੈ। ਅੱਜ ਮੇਰੀ ਸਾਰੀ ਉਮੀਦਾਂ ਟੁੱਟ ਗਈਆਂ, ਕਿਉਂਕਿ ਕੋਈ ਗਵਾਹ ਹੀ ਨਹੀਂ ਹੁੰਦਾ ਨਾ ਵਿਚਾਰਾ, ਕੀ ਕਰੇ। ਖਬਰਦਾਰ, ਖਬਰਦਾਰ ਕਿਸੇ ਨੇ ਮੈਨੂੰ ਮਦੀਨਾ ਦੀ ਰਿਆਸਤ ਦਾ ਠੁੱਠੂ ਦਿਖਾਉਣ ਦੀ ਕੋਸ਼ਿਸ਼ ਕੀਤੀ। ਜੇ ਇਹ ਮਦੀਨਾ ਦੀ ਰਿਆਸਤ ਹੁੰਦੀ ਜਾਂ ਸਾਡੇ ਵਜ਼ੀਰ ਆਜ਼ਮ ਔਰ ਸਾਡੇ ਸਰਬਰਾਹ ਮਦੀਨਾ ਦੀ ਰਿਆਸਤ ਦਾ ਛੋਟਾ ਜਿਹਾ ਕੱਖ ਵੀ ਹੁੰਦੇ ਨਾ, ਤੇ ਅੱਜ ਅਖਬਾਰ ਦੇ ਪਹਿਲੇ ਪੰਨੇ 'ਤੇ ਖਬਰ ਲੱਗੀ ਹੁੰਦੀ ਕਿ ਵਜ਼ੀਰ ਆਜ਼ਮ ਨੇ ਕਿਹਾ ਮੈਂ ਰਾਤ ਸਾਰੀ ਸੋ ਨਹੀਂ ਪਾਇਆ। ਜਾਓ ਜੀ ਵਕੀਲਾਂ ਦੀ ਟੀਮ ਜਾ ਕੇ ਕੋਰਟ ਨੂੰ ਰੁਜੂ ਕਰੇ ਤੇ ਕਵੇ ਕੰਦੀਲ ਬਲੋਚ ਦਾ ਕਾਤਲ ਨਹੀਂ ਛੁੱਟੇਗਾ। ਖੜੀ ਰਿਆਸਤ ਦੇ ਪਿੱਛੇ ਔਰਤਾਂ ਨੂੰ ਬਚਾਉਣ ਲਈ। ਬਟ ਨਹੀਂ, ਅਸੀਂ ਇੰਨੇ ਖੁਸ਼ਕਿਸਮਤ ਕਿੱਥੇ, ਇੰਜ ਦਾ ਨਹੀਂ ਹੋਇਆ। ਹਾਂ, ਅੱਜ ਦੇ ਅਖਬਾਰ 'ਚ ਇਹ ਖਬਰ ਜ਼ਰੂਰ ਹੈ ਕਿ ਵਜ਼ੀਰ ਆਜ਼ਮ ਦੀ ਬੇਗਮ ਦੇ ਖਿਲਾਫ ਨਾਜ਼ੇਬਾ ਅਲਫਾਜ਼ ਇਸਤੇਮਾਲ ਕਰਨ ਵਾਲੇ ਔਰ ਸੋਸ਼ਲ ਮੀਡੀਆ 'ਤੇ ਗੱਲਾਂ ਕਰਨ ਵਾਲੇ ਨੂੰ FIA ਨੇ ਫੜ ਲਿਆ। ਹੁਣ ਅਸੀਂ ਸਾਰੇ ਵਜ਼ੀਰ ਆਜ਼ਮ ਦੇ ਘਰ ਵਾਲੇ ਤੇ ਹੋ ਨਹੀਂ ਸਕਦੇ। ਇਸੇ ਲਈ ਮੈਂ ਕਹਿੰਦੀ ਹਾਂ, ਇਹ ਕੁੜੀਆਂ ਨੂੰ ਨਾ ਜੰਮਣ ਦੇ ਨਾਲ ਹੀ ਮਾਰ ਛੱਡੋ। ਨਾ ਉਹਨਾਂ ਨੂੰ ਜੀਣ ਦਾ ਹੱਕ, ਨਾ ਉਹਨੂੰ ਮਰਨ ਦਾ ਹੱਕ। ਉਹ ਜਿੰਦੀਆਂ ਵੀ ਬੇਇੱਜ਼ਤ, ਬਗੈਰਤ, ਤੇ ਮਰ ਕੇ ਵੀ ਬੇਇੱਜ਼ਤੀ ਤੇ ਬਗੈਰਤੀ, ਤੇ ਫਿਰ ਇੱਕੋ ਵਾਰੀ ਮਾਰ ਛੱਡੋ। ਤੇ ਅਗਲੇ ਜਹਾਨ ਮੈਨੂੰ ਯਕੀਨ ਹੈ ਕਿ ਅੱਲਾ ਪੁੱਛੇਗਾ ਕਿਉਂ ਮਾਰਿਆ, ਤੇ ਕਹਿ ਦੇਣਾ, ਸ਼ਿਮਲਾ ਉੱਚਾ ਕਰਕੇ ਆਉਣਾ ਨਾ ਫਿਰ ਰੱਬ ਆਪਣੇ ਨੂੰ ਵੀ, ਕਿ ਇਹਦਾ ਪਿੰਡਾ, ਇਹਦੀ ਜ਼ਬਾਨ ਮੁਆਸ਼ਰੇ 'ਚ ਫਸਾਦ ਦੀ ਜੜ ਸੀ। ਇਹਨੇ ਅੱਗੇ ਜਾ ਕੇ ਫਸਾਦ ਬਣਾਉਣਾ ਹੀ ਸੀ। ਇਹਨੇ ਆਪਣੇ ਪਿੰਡੇ 'ਤੇ ਆਪਣਾ ਹੱਕ ਮੰਗਣਾ ਸੀ, ਆਪਣੀ ਜ਼ਿੰਦਗੀ 'ਤੇ ਆਪਣਾ ਹੱਕ ਮੰਗਣਾ ਸੀ, ਆਪਣੇ ਵਜੂਦ 'ਤੇ ਆਪਣਾ ਹੱਕ ਮੰਨਣਾ ਸੀ। ਅਸੀਂ ਇਹਨੂੰ ਇੱਥੇ ਹੀ ਵੱਢ ਦਿੱਤਾ, ਕਿਉਂਕਿ ਮੁਆਸ਼ਰੇ 'ਚ ਔਰਤ ਸਿਰਫ ਬੁਰੀ ਔਰਤ ਦੀ ਕਥਾ ਹੈ। ਤੇ ਅੱਗੇ ਰੱਬਾ ਤੇਰੀ ਮਰਜ਼ੀ।